ਬਾਰਾਂ ਮਹਾ ਮਾਝ ਮਹੱਲਾ ਪੰਜਵਾਂ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ। ਧੇਨ ਦੁਦੇ ਤੇ ਬਾਹਰੀ ਕਿਤੇ ਨਾ ਆਵੈ ਕਾਮ। ਜਲ ਬਿਨ ਸ਼ਾਹ ਕਮਲਾਵਤੀ ਉਪਜੇ ਨਾਹੀ ਦਾਮ। ਹਰ ਨਾਹ ਨ ਮਿਲੀਏ ਸਾਜਨੈ ਕਤ ਪਾਈਐ ਬਿਸ਼ਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟੀ ਭਾਠ ਨਗਰ ਸੇ ਗ੍ਰਾਮ। ਸਰਬ ਸ਼ਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣਿਆ ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਪਿਤਾ ਪਰਮਾਤਮਾ ਪਰਵਰਤਗਾਰ ਵਾਹਿਗੁਰੂ ਜੀ ਬੇਅੰਤ ਕਿਰਪਾ ਕਰਦਿਆਂ ਹੋਇਆਂ ਸਮੁੱਚੇ ਸੰਸਾਰ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੁਆਰਾ ਨਾਮ ਬਾਣੀ ਦੀ ਦਾਤ ਸਮੁੱਚੇ ਹੀ ਜਗਤ ਨੂੰ ਸੰਸਾਰ ਨੂੰ ਬਖਸ਼ਿਸ਼ ਕੀਤੀ, ਝੋਲੀ ਦੇ ਅੰਦਰ ਪਾਈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਸਮੁੱਚੀ ਹੀ ਕਾਇਨਾਤ ਦੇ ਗੁਰੂ ਨੇ, ਜਿਸ ਦੇ ਬਾਰੇ ਅਸੀਂ ਸ਼ਬਦ ਜਾਗਤ ਜੋਤ ਵਰਤਦੇ ਹਾਂ। ਜਗਦੀ ਹੋਈ ਜੋਤ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਅੰਦਰ ਅਨੇਕ ਵਿਚਾਰਧਾਰਾ ਬਖਸ਼ਿਸ਼ ਕੀਤੀ ਹੋਈ ਹੈ, ਉੱਥੇ ਗੁਰੂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ 12 ਮਹਾਮਾਝ ਸਰਲੇਖ ਹੇਠ ਜੋ ਬਾਣੀ ਉਚਾਰਨ ਕੀਤੀ, 12 ਮਹੀਨਿਆਂ ਦੇ ਪ੍ਰਥਾਏ, ਜੋ ਇਹ ਪਵਿੱਤਰ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 133 ਤੋਂ ਆਰੰਭ ਹੋ ਕੇ 136 ਦੇ ਉੱਪਰ ਸਮਾਪਤ ਹੁੰਦੀ ਹੈ। ਇਸ ਬਾਣੀ ਦੇ ਕੁੱਲ 14 ਪਦੇ ਨੇ। ਪਹਿਲੇ ਪਦੇ ਦੀ ਵਿਚਾਰ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਅਸੀਸਾਂ ਦਾ ਸਦਕਾ ਆਰੰਭ ਕਰਾਂਗੇ। ਵਾਹਿਗੁਰੂ ਪਾਤਸ਼ਾਹ ਮਹਾਰਾਜ ਨੇ ਇਹਦੇ ਅੰਦਰ ਵਿਰਾਗਮਈ ਅਵਸਥਾ ਦਾ ਬਖਸ਼ਿਸ਼ ਕੀਤਾ। ਅਸੀਂ ਸੰਸਾਰ ਦੇ ਜੀਵ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਵਿਛੜ ਕੇ ਕਿਵੇਂ ਸਮੇਂ ਦੇ ਅੰਦਰ ਸੰਸਾਰ ਦੇ ਉੱਤੇ ਜੂਨਾਂ ਦੇ ਵਿੱਚ ਭੌਂਦੇ ਪਏ ਹਾਂ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਲ ਮਿਲਾਪ ਕਰਨ ਦੀ ਅਵਸਥਾ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਬਾਣੀ ਦੇ ਅੰਦਰ ਹਰੇਕ ਮਹੀਨੇ ਦੇ ਅੰਦਰ ਵਿਚਾਰ ਬਖਸ਼ਿਸ਼ ਕਰਕੇ ਬਖਸ਼ਿਸ਼ ਕੀਤੀ ਹੈ। ਇਹ ਜੋ ਪਹਿਲਾ ਬੰਦ ਹੈ, ਇਸ ਪਵਿੱਤਰ ਬਾਣੀ ਦੀ ਭੂਮਿਕਾ ਦੇ ਰੂਪ ਦੇ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਨੇ ਉਚਾਰਿਆ ਹੋਇਆ ਹੈ। ਔਰ ਜੀਵਨ ਦਾ ਮਕਸਦ ਜਿਹੜਾ ਹੈ ਇਸ ਬੰਦ ਦੇ ਅੰਦਰ ਵਾਹਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਦੇ ਅੰਦਰ ਸਮਝਾਇਆ। ਜੋ ਸ਼ਬਦ ਦੀਆਂ ਆਰੰਭਣੀਆਂ ਪੰਕਤੀਆਂ ਤੋਂ ਪਹਿਲੋਂ ਆਪਾਂ ਧਿਆਨ ਮਾਰਾਂਗੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਸਰਲੇਖ ਦਾ ਜ਼ਿਕਰ ਕਰਦੇ ਨੇ 12 ਮਹਾਮਾਝ ਮਹੱਲਾ ਪੰਜਵਾਂ ਘਰ ਚੌਥਾ, ਚੌਥੇ ਘਰ ਦੇ ਅੰਦਰ ਗਾਉਣ ਦਾ ਵਾਹਿਗੁਰੂ ਨੇ ਹੁਕਮ ਕੀਤਾ। ਉੱਥੇ ਨਾਲ ਹੀ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੀ ਆਰੰਭਤਾ ਦੇ ਅੰਦਰ ਸੰਖੇਪ ਰੂਪ ਦੇ ਅੰਦਰ ਮੂਲ ਮੰਤਰ ਦੀ ਦਾਤ ਬਖਸ਼ੀ, ਜਿਹਦੇ ਅੰਦਰ ਬਚਨ ਆਪਾਂ ਸਰਵਣ ਕੀਤੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਸ ਨੂੰ ਪਾਉਣ ਵਾਸਤੇ ਮਨੁੱਖਾ ਜਨਮ ਦੀ ਦਾਤ ਵਾਹਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਹ ਇੱਕ ਹੈ। ਉਹਦੇ ਹੋਰ ਅਨੇਕਾਂ ਹੀ ਰੂਪ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਦੇ ਜਿਵੇਂ ਬਚਨ ਅਸੀਂ ਸੋਧਾ ਰਹਿਰਾ ਸਾਹਿਬ ਦੇ ਅੰਦਰ ਪੜ੍ਹਦੇ ਹਾਂ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਉਹਦੇ ਵਰਗਾ ਨਾ ਤਾਂ ਅੱਜ ਕੋਈ ਹੋਇਆ ਏ, ਨਾ ਆਉਣ ਵਾਲੇ ਸਮੇਂ ਦੇ ਅੰਦਰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵਰਗਾ ਕੋਈ ਦੂਸਰਾ ਪਰਮੇਸ਼ਰ ਪਰਮਾਤਮਾ
ਜਾਂ ਉਸ ਵਾਹਿਗੁਰੂ ਪਰਮਾਤਮਾ ਦਾ ਕੋਈ ਸ਼ਰੀਕ ਹੋਵੇਗਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾ ਤਾਂ ਉਹਨੂੰ ਸਾਜਿਆ ਜਾ ਸਕਦਾ ਹੈ, ਨਾ ਬਣਾਇਆ ਜਾ ਸਕਦਾ ਹੈ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਉਹ ਵਾਹਿਗੁਰੂ ਪਰਮਾਤਮਾ ਸਾਹਿਬ ਜੀ ਆਖਦੇ ਨੇ ਆਪੇ ਆਪ ਮਨੋਰੰਜਨ ਸੋਏ। ਜਾਂ ਉਹਦੇ ਬਾਰੇ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ, ਨਾਉ ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਦੂਸਰਾ, ਉਸ ਵਾਹਿਗੁਰੂ ਨੇ ਸੰਸਾਰ ਇਹ ਮੋਹ ਮਾਇਆ ਦੁਨੀਆ ਦੇ ਅੰਦਰ ਜੋ ਪੈਦਾ ਕੀਤੀ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੈ, ਅਤੇ ਦੂਸਰਾ ਇਹ ਉਸ ਵਾਹਿਗੁਰੂ ਦਾ ਬਣਾਇਆ ਹੋਇਆ ਜਗਤ ਪਸਾਰਾ ਹੈ। ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ ਕਿ ਉਹ ਪਰਮਾਤਮਾ ਜਿੱਥੇ ਇੱਕ ਹੈ, ਉਹ ਅਹੰਕਾਰ ਦਾ ਭਾਵ ਹੈ। ਉਹ ਵਾਹਿਗੁਰੂ ਇੱਕ ਹੁੰਦਿਆਂ ਹੋਇਆਂ ਨਿਰਾਕਾਰ ਦੇ ਹੋਣ ਦੇ ਬਾਵਜੂਦ ਵੀ ਸਮੁੱਚੇ ਹੀ ਆਪਣੇ ਆਕਾਰ ਦੇ ਵਿੱਚ ਉਸ ਮਾਲਕ ਦਾ ਪਸਾਰਾ ਹੈ। ਹਰੇਕ ਦੇ ਅੰਦਰ, ਹਰ ਥਾਂ ਦੇ ਅੰਦਰ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਦੇ ਅੰਦਰ ਬਚਨ ਬਖਸ਼ਿਸ਼ ਕਰਦੇ ਨੇ ਕਿ ਉਹ ਪਰਮੇਸ਼ਰ ਵਾਹਿਗੁਰੂ ਜੀ ਬਿਰਾਜਮਾਨ ਹੈ। ਕੋਈ ਐਸੀ ਜਗ੍ਹਾ ਅਤੇ ਕੋਈ ਐਸਾ ਜੀਵ ਨਹੀਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਹੋਂਦ ਜਾਂ ਹਸਤੀ ਨਾ ਹੋਵੇ। ਵਾਹਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਵੱਡੇ ਤੋਂ ਵੱਡੇ ਜਾਨਵਰ ਤੋਂ ਲੈ ਕੇ ਛੋਟੀ ਤੋਂ ਛੋਟੀ ਕੀੜੀ ਤੱਕ ਉਸ ਵਾਹਿਗੁਰੂ ਪਰਮਾਤਮਾ ਦੀ ਜੋਤ ਜਿਹੜੀ ਹੈ ਸਮਾਈ ਹੋਈ ਹੈ। ਹਸਤ ਕੀਟ ਕੇ ਬੀਚ ਸਮਾਨਾ। ਸਾਹਿਬ ਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਬਖਸ਼ਿਸ਼ ਕੀਤੇ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਉਹ ਹਰੇਕ ਥਾਂ 'ਤੇ ਉੱਤੇ ਵਿਆਪਕ ਹੈ, ਪਰ ਇਸ ਦੇ ਬਾਵਜੂਦ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਸਤਿਗੁਰੂ ਪ੍ਰਸਾਦ ਗੁਰੂ ਹੀ ਮਿਹਰ ਕਰੇ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਿਆ ਜਾ ਸਕਦਾ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਮਿਹਰ ਕਦੋਂ ਕਰਦਾ ਹੈ ਕਿ ਜਦੋਂ ਅਸੀਂ ਪੂਰਨ ਤੌਰ ਦੇ ਉੱਤੇ ਵਿਸ਼ਵਾਸ ਦਿਵਾਉਂਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਜੀ, ਅਸੀਂ ਤੁਹਾਡੇ ਆਸ਼ੇ ਦੇ ਮੁਤਾਬਕ, ਤੁਹਾਡੇ ਹੁਕਮਾਂ ਦੇ ਮੁਤਾਬਕ, ਤੁਹਾਡੇ ਅਨੁਸਾਰ ਜੀਵਨ ਬਤੀਤ ਕਰਾਂਗੇ। ਕਿਉਂਕਿ ਸੰਸਾਰ 'ਤੇ ਬਹੁਤ ਸਾਰੇ ਜੀਵ ਨੇ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਤੇ ਮੰਨਦੇ ਨੇ ਪਰ ਗੁਰੂ ਦਾ ਬਚਨ ਨਹੀਂ ਮੰਨਦੇ। ਸਤਿਗੁਰੂ ਪਿਆਰ ਵਾਲੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਅੰਦਰ ਪਵਿੱਤਰ ਬਚਨ ਬਖਸ਼ਿਸ਼ ਕੀਤੇ ਔਰ ਕਿਰਪਾ ਕਰਦਿਆਂ ਹੋਇਆਂ ਇਹ ਬਚਨ ਗਿਆਨ ਦੇ ਰੂਪ ਦੇ ਅੰਦਰ ਦਾਤਾ ਜੀ ਨੇ ਬਖਸ਼ੇ। ਬੀਸ ਬਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਕਿ ਜੇ ਪੂਰਨ ਤੌਰ ਦੇ ਉੱਤੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਅਸੀਂ ਭਰੋਸਾ ਦਿਵਾ ਸਕੀਏ, ਗੁਰੂ ਪਾਤਸ਼ਾਹ ਮਹਾਰਾਜ ਦਾ ਮਨ ਮੰਨ ਜਾਵੇ ਕਿ ਅਸੀਂ ਵਾਕਿਆ ਹੀ ਉਸ ਦੇ ਸੱਚੇ ਸੁੱਚੇ ਸੇਵਕ ਹਾਂ, ਉਹਦੇ ਹੁਕਮ ਰਜ਼ਾਈ ਦੇ ਅੰਦਰ ਚੱਲਣ ਵਾਲੇ ਹਾਂ, ਹਰ ਬਚਨ ਨੂੰ ਪਾਲਣ ਵਾਲੇ ਹਾਂ, ਅਤੇ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਫਿਰ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਘਰ ਦੀ ਸੋਝੀ ਅਤੇ ਗਿਆਨ ਪ੍ਰਾਪਤ ਹੋ ਸਕਦਾ ਹੈ। ਇਹ ਸ਼ਬਦ ਦੀਆਂ ਆਰੰਭਣੀਆਂ ਪੰਕਤੀਆਂ ਦੇ ਅੰਦਰ ਹੁਣ ਆਪਾਂ ਵਿਚਾਰ ਕਰਾਂਗੇ, ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਦਰਸਾਏ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਕਿਉਂ ਵਿਛੜੇ ਹੋਏ ਹਾਂ। ਸਤਿਗੁਰੂ ਜੀ ਆਖਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਜੋ ਅਸੀਂ ਕਰਮ ਜਿਹੜੇ ਜ਼ਿੰਦਗੀ ਦੇ ਅੰਦਰ ਕਰਨ ਦੇ ਵਿੱਚ ਆਉਂਦੇ ਨੇ, ਹੱਥਾਂ ਪੈਰਾਂ ਦੇ ਦੁਆਰਾ, ਅੱਖਾਂ 'ਤੇ ਦੇਖਦੇ ਹਾਂ, ਕੰਨਾਂ 'ਤੇ ਸੁਣਦੇ ਹਾਂ, ਮੁੱਖ ਤੋਂ ਬੋਲਦਿਆਂ ਹੋਇਆਂ ਕਈ ਤਰ੍ਹਾਂ ਦੇ ਕਰਮ ਜੋ ਹੈ ਅਸੀਂ ਸੰਸਾਰ ਦੇ ਜੀਵ ਕਰਦੇ ਪਏ ਹਾਂ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸਾਡੇ ਕਰਮਾਂ ਨੇ ਹੀ ਸਾਨੂੰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਵਿਛੋੜਿਆ ਹੋਇਆ। ਭਾਵ ਕਿ ਸਾਡੇ ਕਰਮ ਬਹੁਤੇ ਚੰਗੇ ਨਹੀਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਅੰਦਰ ਇੱਕ ਬਚਨ ਬਖਸ਼ਿਸ਼ ਕੀਤਾ ਔਰ ਵਾਹਿਗੁਰੂ ਪਾਤਸ਼ਾਹ ਮਹਾਰਾਜ ਉੱਥੇ ਬਚਨ ਕਰਦੇ ਨੇ ਕਿ ਕਰਮ ਕੈਸੇ ਨੇ, ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ, ਇਆਹੂੰ ਚੁਗਤ ਬਿਹਾਨੇ ਕਈ ਜਨਮ। ਵੈਰ ਵਿਰੋਧ ਕਰਦਿਆਂ, ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸਿਆ ਹੋਇਆਂ, ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ। ਝੂਠ ਦਾ ਆਸਰਾ ਲੈ ਕੇ ਸੰਸਾਰ ਦਾ ਜੀਵ ਜਿਹੜਾ ਹੈ ਕਿ ਜੀਵਨ ਬਤੀਤ ਕਰਦਾ ਪਿਆ ਹੈ। ਹੋਰ ਕਈ ਤਰ੍ਹਾਂ ਦੀਆਂ ਬੁਰਾਈਆਂ ਜਿਹੜੀਆਂ ਨੇ ਉਹ ਇਹਦੇ ਅੰਦਰ ਨੇ, ਕਈ ਤਰ੍ਹਾਂ ਦਾ ਧਰੋਹ ਕਮਾਉਂਦਾ ਹੈ, ਕਦੀ ਕਿਸੇ ਨਾਲ ਠੱਗੀਆਂ ਮਾਰਦਾ ਹੈ। ਜਿਹੜੀਆਂ ਚੀਜ਼ਾਂ ਇਸ ਨੂੰ ਪ੍ਰਮਾਤਮਾ ਵਾਹਿਗੁਰੂ ਦੇ ਘਰ ਤੋਂ ਦੂਰ ਲੈ ਜਾਂਦੀਆਂ ਨੇ, ਇਹਨਾਂ ਕਰਮਾਂ ਦੀ ਵਜ੍ਹਾ ਦਾ ਕਰਕੇ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਪਵਿੱਤਰ ਬਚਨ ਜੋ ਜਪਜੀ ਸਾਹਿਬ ਦੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕੀਤੇ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਕਹਿੰਦੇ ਨੇ ਕਿ ਕਰਮਾਂ ਦੇ ਅਨੁਸਾਰ ਹੀ ਹੈ, ਆਪੋ ਆਪਣੀ ਕਰਮੀ ਹੈ। ਕਿ ਜੇ ਕਿਸੇ ਨੇ ਚੰਗੇ ਕਰਮ ਕੀਤੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹੋ ਗਿਆ, ਜੇ ਕਿਸੇ ਨੇ ਮਾੜੇ ਕਰਮ ਕੀਤੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਦੂਰ ਹੋ ਗਿਆ। ਪਰ ਇੱਥੇ ਹੁਣ ਵਾਹਿਗੁਰੂ ਜੀ ਕਹਿੰਦੇ ਨੇ ਕਿ ਆਤਮਾ ਨੂੰ ਪਤਾ ਲੱਗਿਆ ਹੈ ਕਿ ਮੈਂ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਵਾਹਿਗੁਰੂ ਪਰਮਾਤਮਾ ਤੋਂ ਵਿਛੜੀ ਹੋਈ ਹਾਂ। ਉਹ ਆਤਮਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਇੱਕ ਯਤਨ ਕਰ ਰਹੀ ਹੈ, ਇੱਕ ਉਪਰਾਲਾ ਕਰ ਰਹੀ ਹੈ, ਕੋਸ਼ਿਸ਼ ਕਰ ਰਹੀ ਹੈ ਕਿ ਇਸ ਜਨਮ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮਿਲ ਜਾਵੇ। ਆਤਮਾ ਨੂੰ ਅਹਿਸਾਸ ਹੋਇਆ ਹੈ, ਮਨ ਦੇ ਅੰਦਰ ਵੈਰਾਗ ਆਇਆ ਹੈ ਔਰ ਉਸ ਵੈਰਾਗ ਦੀ ਅਵਸਥਾ ਦੇ ਵਿੱਚੋਂ ਇਹ ਬਚਨ ਨਿਕਲ ਰਹੇ ਨੇ ਕਿ ਇਹ ਵਾਹਿਗੁਰੂ ਪਰਮਾਤਮਾ ਜੀ,
ਕਿਉਂਕਿ ਪਹਿਲੀ ਗੱਲ ਤੇ ਮਨੁੱਖ ਮੰਨਣ ਨੂੰ ਤਿਆਰ ਹੀ ਨਹੀਂ ਕਿ ਮੈਂ ਆਪਣੇ ਕਰਮਾਂ ਦਾ ਕਰਕੇ ਰੱਬ ਨਾਲ ਵਿਛੜਿਆ ਹੋਇਆ ਹਾਂ। ਪਰ ਆਤਮਾ ਨੂੰ ਜਦੋਂ ਅਹਿਸਾਸ ਹੁੰਦਾ ਹੈ ਕਿ ਮੇਰੇ ਕਰਮਾਂ ਨੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੋੜਿਆ ਏ, ਉੱਥੇ ਇਹ ਬਚਨ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਕਿ ਉਹ ਵਿਰਾਗ ਦੀ ਅਵਸਥਾ ਦੇ ਅੰਦਰੋਂ ਇਹ ਬਚਨ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਅਰਦਾਸ ਦੇ ਰੂਪ ਦੇ ਅੰਦਰ ਕਹੇ ਜਾ ਰਹੇ ਨੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੂ ਰਾਮ। ਕਿ ਵਾਹਿਗੁਰੂ ਪਰਮਾਤਮਾ ਜੀ ਅਸੀਂ ਆਪਣੇ ਕੀਤੇ ਹੋਏ ਕਰਮਾਂ ਦਾ ਸਦਕਾ ਤੇਰੇ ਤੋਂ ਵਿਛੜੇ ਹੋਏ ਹਾਂ। ਇੱਥੇ ਮਨਜ਼ੂਰ ਕਰ ਲਿਆ, ਮੰਨ ਲਿਆ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਸੱਚਮੁੱਚ ਹੀ ਮੇਰੇ ਕੁਝ ਐਸੇ ਕਰਮ ਨੇ ਜਿਨ੍ਹਾਂ ਨੇ ਮੈਨੂੰ ਤੇਰੇ ਤੋਂ ਵਿਛੋੜਿਆ ਹੋਇਆ ਹੈ। ਹੁਣ ਰੱਬ ਦੇ ਪਿਆਰੇ ਬਾਬਾ ਫਰੀਦ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੀਏ, ਉਹਨਾਂ ਨੇ ਰੱਬ ਦੇ ਪਿਆਰਿਆਂ ਨੇ ਹੁਣ ਦੇਖੋ ਕੈਸੇ ਪਿਆਰੇ ਬਚਨ ਕਹੇ। ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ਼, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਉਹ ਹੁਣ ਉੱਥੇ ਸਵੀਕਾਰ ਕਰਦੇ ਨੇ ਕਿ ਵਾਹਿਗੁਰੂ ਪਰਮੇਸ਼ਰ ਜੀਓ, ਜਿਹੋ ਜਿਹਾ ਮੇਰਾ ਬਾਹਰੀ ਕਾਲਾ ਪਹਿਰਾਵਾ ਹੈ ਉਹ ਜਿਹਾ ਹੀ ਮੇਰੇ ਅੰਦਰ ਦੀ ਭਾਵਨਾ ਹੈ, ਭਾਵ ਕਿ ਮੈਂ ਅੰਦਰੋਂ ਗੁਨਾਹਾਂ ਦੇ ਨਾਲ ਭਰਿਆ ਹੋਇਆ। ਦੁਨੀਆ ਦੇ ਲੋਕ ਬੇਸ਼ੱਕ ਮੈਨੂੰ ਫਕੀਰ ਦਰਵੇਸ਼ ਰੱਬ ਦਾ ਪਿਆਰਾ ਕਹਿ ਰਹੇ ਨੇ, ਪਰ ਮੈਨੂੰ ਆਪਣੇ ਗੁਨਾਹਾਂ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪਤਾ ਹੈ। ਸੋ ਰੱਬ ਦੇ ਪਿਆਰਿਆਂ ਨੇ ਇਹ ਅਹਿਸਾਸ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਕੀਤਾ। ਇਹ ਅਹਿਸਾਸ ਹੋਣਾ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਿੱਥੇ ਸਾਨੂੰ ਪਤਾ ਲੱਗੇ ਕਿ ਅਸੀਂ ਮਾੜੇ ਕੁਝ ਕਰਮ ਕੀਤੇ ਨੇ, ਜਿਸ ਕਰਕੇ ਵਾਹਿਗੁਰੂ ਪਰਮਾਤਮਾ ਦੀ ਹਜ਼ੂਰੀ ਦੇ ਅੰਦਰ ਅੱਜ ਤੱਕ ਸਾਨੂੰ ਥਾਂ ਨਹੀਂ ਮਿਲੀ, ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਅੰਦਰ ਟਿਕਾਓ ਨਹੀਂ ਮਿਲਿਆ। ਕਿਉਂਕਿ ਉਸ ਮਾਲਕ ਦੇ ਘਰ ਦੇ ਵਿੱਚ ਜਗ੍ਹਾ ਪ੍ਰਾਪਤ ਕਰਨ ਵਾਸਤੇ ਚੰਗੇ ਕਰਮਾਂ ਦੀ ਜ਼ਰੂਰਤ ਬਹੁਤ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜੋ ਬਚਨ ਕੀਤੇ ਕਿ ਆਤਮਾਵਾਂ ਇੱਥੇ ਸਵੀਕਾਰ ਕਰਦੀਆਂ ਨੇ ਔਰ ਮਨ ਦੇ ਅੰਦਰ ਵੈਰਾਗ ਚੱਲਦਾ ਹੈ ਕਿ ਹੁਣ ਵਾਹਿਗੁਰੂ ਪਰਮਾਤਮਾ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਤੇਰੇ ਘਰ ਦੇ ਨਾਲ ਮਿਲਾਪ ਹੋ ਜਾਵੇ, ਤੇਰੇ ਚਰਨਾਂ ਵਿੱਚ ਥਾਂ ਮਿਲ ਜਾਵੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੂ ਰਾਮ। ਤੇ ਰੱਬ ਦੀ ਕਿਰਪਾ ਵਾਲੇ ਪਾਸੇ ਧਿਆਨ ਹੈ ਕਿ ਵਾਹਿਗੁਰੂ ਪਰਮਾਤਮਾ ਤੂੰ ਕਿਰਪਾ ਕਰੇਗਾ ਤਾਂ ਹੀ ਤੇਰੇ ਘਰ ਦੇ ਵਿੱਚ ਮਿਲਾਪ ਹੋ ਸਕਦਾ ਹੈ। ਜੇ ਆਪਾਂ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਹੋਰ ਸਲੋਕ ਪੜ੍ਹੀਏ, ਉੱਥੇ ਰੱਬ ਦੇ ਪਿਆਰਿਆਂ ਨੇ ਬਚਨ ਕਰਦਿਆਂ ਹੋਇਆਂ ਇਹ ਗੱਲ ਧਿਆਨ ਦੇ ਵਿੱਚ ਲਿਆਉਣਾ ਕੀਤੀ। ਕਹਿੰਦੇ ਐ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਮੈਨੂੰ ਬੰਦਗੀ ਕਰਦਿਆਂ ਹੋਇਆਂ ਬਹੁਤ ਸਮਾਂ ਹੋ ਗਿਆ, ਤੈਨੂੰ ਯਾਦ ਕਰਦਿਆਂ ਹੋਇਆਂ, ਔਰ ਮੇਰੇ ਮਨ ਦੇ ਅੰਦਰ ਆਸਾ ਹੈ ਕਿ ਤੂੰ ਅਕਾਲ ਪੁਰਖ ਵਾਹਿਗੁਰੂ ਮੈਨੂੰ ਜ਼ਰੂਰ ਦਰਸ਼ਨ ਦੇਵੇਂਗਾ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਟੇ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੀ ਭਾਗ। ਫਰੀਦਾ ਕਾਂਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਉੱਥੇ ਹੁਣ ਉਹਨਾਂ ਨੇ ਕਿਹਾ ਏ ਕਿ ਵਾਹਿਗੁਰੂ ਪਰਮਾਤਮਾ ਸਰੀਰ ਦੀ ਹਾਲਤ ਜਿਹੜੀ ਹੈ ਐਸੀ ਹੋ ਗਈ ਏ, ਪਰ ਵਾਹਿਗੁਰੂ ਪਰਮੇਸ਼ਰ ਜੀ ਤੁਹਾਨੂੰ ਦੇਖਣ ਦੀ ਮਨ ਵਿੱਚ ਆਸ ਹੈ ਕਿ ਕਿਰਪਾ ਕਰਕੇ ਆਪ ਜੀ ਜ਼ਰੂਰ ਹੀ ਦਰਸ਼ਨ ਦਿਓ। ਕਿ ਇਸ ਜਨਮ ਦੇ ਅੰਦਰ ਭਗਤ ਰਵਿਦਾਸ ਜੀ ਵੀ ਰੱਬ ਦੀ ਭਗਤੀ ਕਰਦੇ ਨੇ, ਪਰ ਆਸ ਇੱਕ ਕਿ ਅਕਾਲ ਪੁਰਖ ਕਿਰਪਾ ਕਰਕੇ ਆਪਣੀ ਦਦਾਰਾਂ ਦੀ ਦਾਤ ਬਖਸ਼ਿਸ਼ ਕਰੇਗਾ। ਬਹੁਤ ਜਨਮ ਬਿਸ਼ਰੇ ਥੇ ਮਾਤੁ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਇੱਕ ਭਾਵਨਾ ਹੈ ਤੇ ਪਰ ਉਹਦੇ ਮਗਰ ਇਹ ਵੀ ਵਿਚਾਰਧਾਰਾ ਕੰਮ ਕਰਦੀ ਹੈ ਕਿ ਜੇ ਰੱਬ ਨੇ ਕਿਰਪਾ ਨਾ ਕੀਤੀ ਤੇ ਮਿਲਾਪ ਸੰਭਵ ਨਹੀਂ। ਇਸ ਕਰਕੇ ਆਤਮਾਵਾਂ ਉਸ ਮਾਲਕ ਦੇ ਘਰ ਵਿੱਚ ਅਰਦਾਸ ਬੇਨਤੀ ਅਰਜ਼ੋਈ ਕਰਦੀਆਂ ਨੇ ਕਿ ਵਾਹਿਗੁਰੂ ਪਰਮਾਤਮਾ ਜੀ ਕਿਰਪਾ ਕਰੋ, ਦੀਦਾਰਿਆਂ ਦੀ ਦਾਤ ਬਖਸ਼ਿਸ਼ ਕਰੋ, ਇਸ ਜਨਮ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਆਪ ਦੇ ਘਰ ਦਾ ਮਿਲਾਪ ਹੋ ਜਾਵੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੂ ਰਾਮ। ਬਾਬਾ ਕਬੀਰ ਸਾਹਿਬ ਨੇ ਵੀ ਰੱਬ ਦੀ ਭਗਤੀ ਕੀਤੀ, ਪਰ ਜਿਹੜਾ ਮਿਲਾਪ ਵਾਲਾ ਕਰਮ ਸੀ ਉਹ ਰੱਬ ਦੇ ਉੱਤੇ ਹੀ ਨਿਰਭਰ ਕਰਦਾ ਹੈ। ਤੂੰ ਸਤਿਗੁਰ ਹਉ ਨੌ ਤਨ ਚੇਲਾ, ਕਹੇ ਕਬੀਰ ਮਿਲ ਅੰਤ ਕੀ ਬੇਲਾ। ਉਹ ਕਹਿਣ ਲੱਗੇ ਵਾਹਿਗੁਰੂ ਆਖਰੀ ਸਮਾਂ ਆ ਰਿਹਾ ਏ, ਤੂੰ ਮੇਰਾ ਪਿਆਰਾ ਜਿਹਾ ਸਤਿਗੁਰੂ ਹੈ ਤੇ ਸਤਿਗੁਰੂ ਦਾ ਜਿਵੇਂ ਨਵਾਂ ਨਵਾਂ ਕੋਈ ਚੇਲਾ ਬਣਿਆ ਹੁੰਦਾ ਹੈ ਤੇ ਉਹਨੂੰ ਗੁਰੂ ਦਾ ਬੜਾ ਸ਼ੌਂਕ ਤੇ ਪਿਆਰ ਹੁੰਦਾ ਹੈ, ਇਸੇ ਤਰ੍ਹਾਂ ਮੈਨੂੰ ਤੇਰੇ ਚਰਨਾਂ ਦੇ ਨਾਲ ਪਿਆਰ ਹੈ। ਕਿਰਪਾ ਕਰਕੇ ਮੈਨੂੰ ਆਪਣੇ ਮਿਲਾਪ ਦੀ ਦਾਤ ਬਖਸ਼ਿਸ਼ ਕਰ। ਅਗਲੇ ਪਾਸੇ ਗੁਰਮੁਖੋ ਅਗਲੀਆਂ ਪੰਕਤੀਆਂ ਨੇ, ਵਾਹਿਗੁਰੂ ਜੀ ਆਖਦੇ ਨੇ ਚਾਰ ਕੁੰਟ ਦੈ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਬਹੁਤ ਭਟਕਦਿਆਂ ਅਕਾਲ ਪੁਰਖ ਵਾਹਿਗੁਰੂ ਦੀ ਉਹ ਸੋਝੀ ਮਿਲੀ, ਆਪ ਦੇ ਦਰ ਘਰ ਦੇ ਉੱਤੇ ਟੇਕ ਰੱਖ ਕੇ ਆਏ ਹਾਂ ਕਿ ਇਸ ਜਨਮ ਦੇ ਅੰਦਰ ਆਪਣੇ ਚਰਨਾਂ ਵਿੱਚ ਵਾਹਿਗੁਰੂ ਪਰਮਾਤਮਾ ਜ਼ਰੂਰ ਥਾਂ ਦੇਵੇਗਾ। ਜਿਵੇਂ ਬਾਣੀ ਦੇ ਬਚਨ ਆਪਾਂ ਅਨੇਕ ਥਾਵਾਂ ਦੇ ਉੱਤੇ ਪੜ੍ਹਦੇ ਹਾਂ, ਮੇਲ ਲਹੂ ਦਿਆਲ ਟੈ ਪਏ ਦਵਾਰਿਆ, ਰੱਖ ਲੇਵੋ ਦੀਨ ਦਿਆਲ ਭਰਮਤ ਬਹੁਹਾਰਿਆ। ਵਾਹਿਗੁਰੂ ਮੈਂ ਭਟਕਦਿਆਂ ਥੱਕ ਗਿਆ ਹਾਂ, ਕਈ ਜੂਨਾਂ ਦੇ ਵਿੱਚੋਂ ਲੰਘ ਕੇ ਆਇਆ ਹਾਂ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ, ਤੇਰੇ ਦਰ ਦੇ ਉੱਤੇ ਡਿੱਗਿਆ ਹੋਇਆ ਏ। ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਕੇ ਆਪਣੇ ਮਿਲਾਪ ਦੀ ਦਾਤ ਬਖਸ਼ਿਸ਼ ਕਰੋ, ਇਸ ਜਨਮ ਦੇ ਅੰਦਰ ਆਪ ਜੀ ਦੇ ਘਰ ਦਾ ਮਿਲਾਪ ਹੋ ਜਾਵੇ।
ਇੱਥੇ ਵੀ ਇਸ ਤਰ੍ਹਾਂ ਦੇ ਬਚਨ ਨੇ ਕਿ 4 ਕੁੰਟ ਚਾਰੇ ਪਾਸਿਓਂ ਕੁੰਟਾਂ ਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਜੂਨਾਂ ਲੰਘ ਗਈਆਂ, ਭਟਕਦਾ ਰਿਹਾ, ਪਰ ਆਖਰ ਨੂੰ ਥੱਕ ਕੇ ਤੇਰੇ ਦਰ ਦੇ ਉੱਤੇ ਡਿੱਗਿਆ ਹਾਂ। ਕੋਈ ਹੋਰ ਮੰਜ਼ਿਲ ਨਹੀਂ, ਕੋਈ ਹੋਰ ਟਿਕਾਣਾ ਨਹੀਂ, ਕਿਉਂਕਿ ਜੇ ਟਿਕਾਣਾ ਮਿਲ ਸਕਦਾ ਹੈ, ਥਾਂ ਮਿਲ ਸਕਦੀ ਹੈ, ਤੇ ਤੇਰੇ ਚਰਨਾਂ ਦੇ ਵਿੱਚ ਮਿਲ ਸਕਦੀ। ਸਤਿਗੁਰੂ ਪਿਆਰ ਵਾਲਿਓ, ਇਹ ਬਚਨ ਕਰਨ ਦੇ ਨਾਲ ਨਾਲ ਅਗਲੇ ਪਾਸੇ ਹੁਣ ਧਿਆਨ ਮਾਰੀਏ। ਬੜੀਆਂ ਪਿਆਰੀਆਂ ਪੰਕਤੀਆਂ ਦੋ ਉਦਾਹਰਨ ਦੇ ਤੌਰ ਦੇ ਉੱਤੇ ਵਾਹਿਗੁਰੂ ਜੀ ਨੇ ਉਚਾਰਨ ਕੀਤੀਆਂ। ਸਾਹਿਬ ਜੀ ਕਹਿਣ ਲੱਗੇ, ਧੇਨ ਤੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਧੇਨ ਦਾ ਭਾਵ ਹੈ ਕਿ ਗਾਂ, ਜਿਹੜੀ ਗਾਂ ਦੁੱਧ ਨਾ ਦੇਵੇ, ਉਹ ਗਾਂ ਜਿਹੜੀ ਹੈ ਉਹ ਕਿਸੇ ਕੰਮ ਦੀ ਨਹੀਂ ਸਮਝੀ ਜਾਂਦੀ। ਉਹਨੂੰ ਘਰ ਦਾ ਮਾਲਕ ਧਿਆਨ ਨਹੀਂ ਕਰਦਾ, ਉਹਦੇ ਵੱਲ ਦੇਖਦਾ ਨਹੀਂ, ਉਹਨੂੰ ਘਰੋਂ ਵੀ ਕੱਢ ਸਕਦਾ ਹੈ। ਅਗਲੇ ਪਾਸੇ ਇੱਕ ਹੋਰ ਉਦਾਹਰਣ ਹੈ, ਕਹਿੰਦੇ ਜਲ ਬਿਨ ਸਾਹ ਕਮਲਾਵਤੀ ਉਪਜੇ ਨਾਹੀ ਦਾਮ। ਜੇ ਪਾਣੀ ਨਾ ਮਿਲੇ ਫਸਲ ਨੂੰ, ਤੇ ਪਾਣੀ ਦੇ ਬੂਟੇ ਜਿਹੜੇ ਨੇ ਸੁੱਕ ਜਾਂਦੇ ਨੇ। ਜੇ ਬੂਟੇ ਸੁੱਕ ਜਾਵੇ ਤੇ ਉਹ ਤੋਂ ਪੈਦਾ ਹੋਣ ਵਾਲਾ ਲਾਹਾ ਜਿਹੜਾ ਰੁਪਈਆ ਪੈਸਾ ਹੈ, ਉਹ ਧਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਧਨ ਦੀ ਪ੍ਰਾਪਤੀ ਨਹੀਂ ਹੋਵੇਗੀ ਤੇ ਅਗਲੇ ਪਾਸੇ ਜੀਵਨ ਕਿਵੇਂ ਚੱਲੇਗਾ। ਗੁਰੂ ਪਾਤਸ਼ਾਹ ਮਹਾਰਾਜ ਨੇ ਇਸੇ ਤਰ੍ਹਾਂ ਬਚਨ ਕੀਤੇ, ਹਰਨਾਹਾ ਨਾ ਮਿਲੀਏ ਸਾਜਨੈ ਕਤ ਪਾਈਏ ਵਿਸ਼ਰਾਮ। ਕਿ ਜੇ ਇਸ ਜਨਮ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾ ਮਿਲਿਆ, ਤੇ ਸੱਚ ਹੈ ਸਾਨੂੰ ਕਿਤੇ ਵੀ ਟਿਕਾਣਾ ਨਹੀਂ, ਕਿਤੇ ਵੀ ਸੁੱਖ ਨਹੀਂ, ਕਿਤੇ ਵੀ ਆਨੰਦ ਨਹੀਂ। ਇਸ ਕਰਕੇ ਇਸ ਜਨਮ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮਿਲਣਾ ਬਹੁਤ ਹੀ ਜ਼ਰੂਰੀ ਵਾਹਿਗੁਰੂ ਪਾਤਸ਼ਾਹ ਮਹਾਰਾਜ ਨੇ ਦੱਸਿਆ। ਕਹਿੰਦੇ ਨੇ ਕਿ ਦੇਖੋ, ਪਾਣੀ ਤੋਂ ਬਿਨਾਂ ਸੁੱਕੀ ਹੋਈ ਖੇਤੀ ਦੇ ਵਿੱਚੋਂ ਜਦੋਂ ਲਾਹਾ ਨਹੀਂ, ਕਹਿੰਦੇ ਨੇ ਕਿ ਰੱਬ ਦੀ ਬੰਦਗੀ ਤੇ ਉਸ ਮਾਲਕ ਦੇ ਮਿਲਾਪ ਤੋਂ ਬਿਨਾਂ ਇਹ ਜ਼ਿੰਦਗੀ ਦਾ ਕੋਈ ਵੀ ਅਰਥ ਨਹੀਂ ਰਹਿ ਜਾਂਦਾ। ਇਹ ਜੀਵਨ ਤਾਂ ਹੀ ਸਫਲ ਗਿਣਿਆ ਜਾਂਦਾ ਹੈ ਜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮਿਲ ਜਾਵੇ। ਆਇਆ ਸਫਲ ਤਾਹੂ ਕੋ ਗਣੀਏ ਦੇ ਬਚਨ ਜਿਵੇਂ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ ਕਿ ਇਸ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਮਿਲਣਾ ਬਹੁਤ ਜ਼ਰੂਰੀ ਹੈ। ਜੇ ਨਾ ਮਿਲਿਆ, ਇਹ ਸਾਡਾ ਜਿਹੜਾ ਜੀਵਨ ਹੈ ਉਹਨੂੰ ਸਾਰੇ ਦਾ ਸਾਰਾ ਬੇਕਾਰ ਗਿਣਿਆ ਜਾਂਦਾ ਹੈ, ਕਿਸੇ ਅਰਥ ਵੀ ਨਹੀਂ ਗਿਣਿਆ ਜਾਂਦਾ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜੋ ਬਾਣੀ ਦੇ ਅੰਦਰ ਆਪਣਾ ਸਿਧਾਂਤ ਬਖਸ਼ਿਆ ਕਿ ਮਨੁੱਖਾ ਜੀਵਨ ਜਿਹੜਾ ਹੈ ਇਸੇ ਕਰਕੇ ਹੀ ਵਾਹਿਗੁਰੂ ਨੇ ਦਿੱਤਾ ਸਾਨੂੰ, ਤਾਂ ਕਿ ਅਸੀਂ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਇਸ ਜਨਮ ਦੇ ਅੰਦਰ, ਇਸ ਜੀਵਨ ਦੇ ਅੰਦਰ ਕਰ ਸਕੀਏ। ਸੋ ਵਾਹਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ, ਹਰ ਨਾਹ ਨਾ ਮਿਲੀਏ ਸਾਜਨੇ। ਨਾਹੋਂ ਦਾ ਭਾਵ ਖਸਮ ਪਰਮਾਤਮਾ ਵਾਹਿਗੁਰੂ। ਜੇ ਉਹ ਨਾ ਮਿਲਿਆ, ਸੱਜਣ ਨਾ ਮਿਲਿਆ, ਮਿੱਤਰ ਪਿਆਰਾ ਨਾ ਮਿਲਿਆ, ਤੇ ਸਤਿਗੁਰੂ ਪਿਆਰ ਵਾਲੇ ਹਰ ਨਾਹ ਨਾ ਮਿਲੀਏ ਸਾਜਨੇ ਕਤ ਪਾਈਏ ਵਿਸ਼ਰਾਮ। ਫਿਰ ਸਾਨੂੰ ਕਿੱਥੇ ਸੁੱਖ ਹੈ, ਫਿਰ ਇਸ ਆਤਮਾ ਨੂੰ ਕਿੱਥੇ ਟਿਕਾਣਾ ਹੈ। ਭਾਵ ਵਾਹਿਗੁਰੂ ਜੀ ਕਹਿੰਦੇ ਨੇ, ਭਟਕਣਾ ਬਣੀ ਰਹੇਗੀ, ਆਵਾ ਕੌਣ ਚੱਲਦਾ ਰਹੇਗਾ। ਜੇ ਇਸ ਜਨਮ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਮਿਲਾਪ ਨਾ ਹੋਇਆ, ਪ੍ਰਾਪਤੀ ਨਾ ਹੋਈ, ਫਿਰ ਅਨੇਕਾਂ ਹੀ ਜਨਮਾਂ ਦਾ ਗੇੜ ਅਗਲੇ ਪਾਸੇ ਪੈ ਜਾਵੇਗਾ, ਜਿਹੜਾ ਖਤਮ ਹੋਣ ਦਾ ਨਾਂ ਨਹੀਂ ਲਵੇਗਾ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਕਰਕੇ ਸਾਨੂੰ ਗੁਰਮੁਖੋ ਇੱਥੇ ਸੁਚੇਤ ਕੀਤਾ। ਔਰ ਅਗਲੀਆਂ ਪੰਕਤੀਆਂ ਜਦੋਂ ਆਪਾਂ ਪੜ੍ਹਾਂਗੇ, ਵਾਹਿਗੁਰੂ ਜੀ ਕਹਿੰਦੇ, ਜਿਤ ਘਰ ਹਰ ਕੰਤ ਨਾ ਪ੍ਰਗਟੇ ਭਾਠ ਨਗਰ ਸੇ ਗ੍ਰਾਮ। ਜਿਸ ਹਿਰਦੇ ਦੇ ਅੰਦਰ ਵਾਹਿਗੁਰੂ ਪਰਮਾਤਮਾ ਭਾਵ ਕੇ ਪ੍ਰਗਟ ਨਹੀਂ ਹੋਇਆ, ਦਾਤਾ ਜੀ ਕਹਿੰਦੇ ਉਹਦੇ ਵਾਸਤੇ ਸਮੁੱਚਾ ਸੰਸਾਰ ਦੁੱਖਾਂ ਦਾ ਘਰ ਨਜ਼ਰ ਆਉਂਦਾ ਏ। ਭਾਠ ਨਗਰ ਸੇ ਗ੍ਰਾਮ, ਤਪਤੀ ਹੋਈ ਭਾਠ ਦੀ ਤਰ੍ਹਾਂ ਨਜ਼ਰ ਆਉਂਦਾ ਏ। ਭਾਵ ਕਿ ਉਹ ਜਿੱਥੇ ਵੀ ਚਲਾ ਜਾਂਦਾ ਹੈ ਉਹਨੂੰ ਇੰਝ ਲੱਗਦਾ ਹੈ ਕਿ ਇੱਥੇ ਵੀ ਤੱਤੀਆਂ ਹਵਾਵਾਂ ਨੇ, ਇੱਥੇ ਵੀ ਦੁੱਖ ਨੇ, ਇੱਥੇ ਵੀ ਕਲੇਸ਼ ਨੇ, ਇੱਥੇ ਵੀ ਵਿਪਤਾ ਹੈ, ਇੱਥੇ ਵੀ ਪਰੇਸ਼ਾਨੀ ਹੈ। ਕਿਉਂਕਿ ਮਨ ਜਿਹਦਾ ਸ਼ਾਂਤ ਨਹੀਂ, ਉਹਨੂੰ ਕਿਤੇ ਵੀ ਸ਼ਾਂਤੀ ਨਹੀਂ। ਅਸਲ ਗੱਲ ਇਹ ਹੈ, ਜਿਹਦੇ ਮਨ ਦੇ ਅੰਦਰ ਵਾਹਿਗੁਰੂ ਵਸਿਆ, ਨਿਰੰਕਾਰ ਵਸਿਆ, ਉਹਦੇ ਮਨ ਦੇ ਅੰਦਰ ਸੁੱਖ ਅਤੇ ਚੈਨ ਨੇ। ਜਿਹਦੇ ਮਨ ਦੇ ਅੰਦਰ ਸੁੱਖ ਹੈ, ਉਹ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਚਲਾ ਜਾਵੇ, ਉੱਥੇ ਹੀ ਸੁੱਖ ਹੈ। ਕਿਉਂਕਿ ਦੁੱਖ ਜਿਹੜੇ ਵਾਹਿਗੁਰੂ ਦੀ ਬਾਣੀ ਦੇ ਆਪਾਂ ਭਾਵ ਅਰਥ ਪੜ੍ਹਦੇ ਹਾਂ, ਬਾਹਰੋਂ ਨਹੀਂ ਆ ਰਹੇ। ਦੁੱਖ ਜਿਹੜੇ ਨੇ ਮਨੁੱਖ ਦੇ ਅੰਦਰ ਹੀ ਪੈਦਾ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹ ਰੱਬ ਦੇ ਮਿਲਾਪ ਦੇ ਨਾਲ ਹੀ ਦੁੱਖਾਂ ਦੀ ਸਮਾਪਤੀ ਹੋ ਸਕਦੀ ਹੈ। ਵਾਹਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਬਚਨ ਇਹੀ ਹੈ। ਸਾਹਿਬ ਜੀ ਨੇ ਕਿਰਪਾ ਕਰਦਿਆਂ ਸਮਝਾਇਆ, ਦੁੱਖ ਤਦੇ ਤਦ ਵਿਛੜ ਜਾਏ। ਵਾਹਿਗੁਰੂ ਜੀ ਕਹਿੰਦੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਦੁੱਖ ਕਦੋਂ ਸਰੰਭ ਹੋਏ? ਵਾਹਿਗੁਰੂ ਜੀ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੋੜਾ ਹੋਇਆ। ਇਹ ਜਿਹੜਾ ਵਿਛੋੜੇ ਦਾ ਦੁੱਖ ਹੈ, ਉਸ ਤੋਂ ਅਗਲੇ ਪਾਸੇ ਅਨੇਕਾਂ ਹੀ ਦੁੱਖ ਅਤੇ ਅਨੇਕਾਂ ਪਰੇਸ਼ਾਨੀਆਂ ਨੇ, ਅਨੇਕਾਂ ਹੀ ਤਰ੍ਹਾਂ ਦੀਆਂ ਚਿੰਤਾਵਾਂ ਨੇ, ਅਨੇਕਾਂ ਤਰ੍ਹਾਂ ਦੇ ਝੋਰੇ ਨੇ, ਅਨੇਕਾਂ ਤਰ੍ਹਾਂ ਦੀ ਮੁਸੀਬਤ ਹੈ। ਸ਼ਾਇਦ ਇਸੇ ਕਰਕੇ ਮਨੁੱਖ ਨੇ ਸੋਚਿਆ ਕਿ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਗ੍ਹਾ ਮਿਲ ਜਾਵੇ, ਜਿਉਂਦਿਆਂ ਨਹੀਂ ਤੇ ਮਰ ਕੇ ਮਿਲ ਜਾਵੇ। ਇਸੇ ਭਾਵਨਾ ਦੇ ਨਾਲ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇਸ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਟਿਕਾਣਾ ਬਖਸ਼ੀ, ਆਪਣੇ ਦਰ ਦੇ ਉੱਤੇ ਥਾਂ ਬਖਸ਼ੀ।
ਪਰ ਸਤਿਗੁਰੂ ਪਿਆਰ ਵਾਲੇ ਸੱਚ ਇਹ ਹੈ, ਜੇ ਜਿਉਂਦਿਆਂ ਹੋਇਆਂ ਉਸ ਮਾਲਕ ਦੇ ਘਰ ਦੇ ਵਿੱਚ, ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਦਰ ਇਹ ਮੰਨਦਾ ਏ ਕਿ ਜਿਹਨੇ ਜਿਉਂਦਿਆਂ ਉਸ ਸਾਈਂ ਨੂੰ ਸੇਵਿਆ ਨਹੀਂ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਤੇ ਮਰਨ ਤੋਂ ਬਾਅਦ ਉਸ ਦੇ ਚਰਨਾਂ ਦੇ ਵਿੱਚ ਥਾਂ ਬਣਨ ਵਾਸਤੇ ਕੋਈ ਹੋਰ ਉਹਦੇ ਕੋਲ ਸਾਧਨ ਨਹੀਂ ਰਹਿ ਜਾਂਦਾ। ਇੱਕ ਸਰੀਰ ਰੂਪੀ ਸਾਧਨ ਹੈ ਸਾਡੇ ਕੋਲ, ਜਿਸ ਦੇ ਜ਼ਰੀਏ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਕੇ ਉਹਦੇ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਇਹ ਸਿਧਾਂਤ ਪ੍ਰਗਟ ਕੀਤਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਜਿਵੇਂ ਬਾਣੀ ਦਾ ਬਚਨ ਆਮ ਤੌਰ ਦੇ ਉੱਤੇ ਉਸ ਸਮੇਂ ਪੜ੍ਹਿਆ ਜਾਂਦਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਵਾਹਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਸੱਚ ਨੇ ਕਿ ਸੂਰਜ ਦੀ ਕਿਰਨ ਸੂਰਨ ਵਿੱਚ ਮਿਲ ਕੇ ਸੰਪੂਰਨਤਾ ਹੈ। ਜਿਹੜੀਆਂ ਸਮੁੰਦਰ ਦੀਆਂ ਪਾਣੀ ਦੀਆਂ ਲਹਿਰਾਂ ਨੇ ਉਹ ਪਾਣੀ ਦੇ ਵਿੱਚ ਛਾ ਕੇ ਖਤਮ ਹੋ ਗਈਆਂ, ਉਹਨਾਂ ਦੀ ਸੰਪੂਰਨਤਾ ਹੈ। ਪਰ ਮਨੁੱਖੀ ਜੀਵਨ ਦੀ ਸੰਪੂਰਨਤਾ ਉਦੋਂ ਹੀ ਹੈ ਜਦੋਂ ਇਹ ਜੋਤ ਉਸ ਪਰਮ ਜੋਤ ਦੇ ਵਿੱਚ ਅਭੇਦ ਹੋ ਗਈ। ਉਹ ਤੋਂ ਬਿਨਾਂ ਸਾਡਾ ਜੀਵਨ ਜਿਹੜਾ ਹੈ ਉਹ ਸੰਪੂਰਨ ਨਹੀਂ ਹੋ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਕਰਕੇ ਬਚਨ ਕਹੇ ਕਿ ਜਿੱਥੇ ਹੁਣ ਅਕਾਲ ਪੁਰਖ ਹਿਰਦੇ ਦੇ ਅੰਦਰ ਵਸਦਾ ਹੀ ਨਹੀਂ, ਉਸ ਹਿਰਦੇ ਦੇ ਅੰਦਰ ਸੁੱਖ ਨਹੀਂ, ਔਰ ਜਿਹਦੇ ਹਿਰਦੇ ਦੇ ਅੰਦਰ ਸੁੱਖ ਨਹੀਂ, ਉਹ ਸੰਸਾਰ 'ਤੇ ਜਿੱਥੇ ਵੀ ਜਾਂਦਾ ਹੈ ਉਹਨੂੰ ਇੰਝ ਲੱਗਦਾ ਪਿਆ ਹੈ ਕਿ ਸੰਸਾਰ ਦੁੱਖਾਂ ਦਾ ਘਰ ਹੈ। ਇਹ ਤਪਦੀ ਹੋਈ ਭੱਠੀ ਦੀ ਤਰ੍ਹਾਂ ਹੈ। ਪਾਠ ਨਗਰ ਸੇ ਗ੍ਰਾਮ, ਵਾਹਿਗੁਰੂ ਜੀ ਕਹਿੰਦੇ ਨੇ ਕਿ ਉਹ ਅਨੇਕਾਂ ਤਰ੍ਹਾਂ ਦੇ ਤਨ ਦੇ ਉੱਤੇ ਸ਼ਿੰਗਾਰ ਵੀ ਕਰ ਲਵੇ, ਉਹ ਜਿਹੜੀ ਆਤਮਾ ਹੈ, ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਸਾਰੇ ਤਰ੍ਹਾਂ ਦੇ ਕੀਤੇ ਹੋਏ ਸ਼ਿੰਗਾਰ ਜਿਹੜੇ ਨੇ ਉਸ ਨੂੰ ਬੜੇ ਹੀ ਭੈੜੇ ਭਾਸਦੇ ਨੇ। ਉਹ ਜਿਹੜੇ ਕੀਤੇ ਹੋਏ ਤਨ ਦੇ ਉੱਤੇ ਪਾਏ ਹੋਏ ਬੇਸ ਤੇ ਕੱਪੜੇ ਨੇ ਉਹ ਵੀ ਅੱਗ ਲਾਉਣ ਨੂੰ ਆਉਂਦੇ ਨੇ, ਕਿਉਂਕਿ ਰੱਬ ਨਾਲ ਟੁੱਟਿਆ ਹੋਇਆ ਜਿਹੜਾ ਜੀਵ ਹੈ ਉਹਨੂੰ ਸ਼ਿੰਗਾਰ ਦੇ ਅੰਦਰ ਵੀ ਕੋਈ ਕਿਸੇ ਪ੍ਰਕਾਰ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ। ਉਹ ਕਈ ਤਰ੍ਹਾਂ ਦੇ ਸ਼ਿੰਗਾਰ ਕਰਦਾ ਏ, ਉਹਦੇ ਵਿੱਚੋਂ ਵੀ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹਦੇ ਵਿੱਚੋਂ ਵੀ ਉਹ ਚਾਹੁੰਦਾ ਹੈ ਮੈਨੂੰ ਕੋਈ ਨਾ ਕੋਈ ਖੁਸ਼ੀ ਮਿਲ ਜਾਵੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਜਿਹੜੀ ਇਹ ਸਿਧਾਂਤ ਪ੍ਰਗਟ ਕਰਦੀ ਪਈ ਹੈ ਕਿ ਜਿੰਨਾ ਚਿਰ ਤੱਕ ਵਾਹਿਗੁਰੂ ਪਰਮਾਤਮਾ ਨਹੀਂ ਮਿਲਦਾ, ਇਹ ਦੁਨੀਆ ਦੇ ਸ਼ਿੰਗਾਰ ਲਿਬਾਸ ਜਿਹੜੇ ਨੇ ਉਹ ਵੀ ਕੋਈ ਅਹਿਮੀਅਤ ਨਹੀਂ, ਉਹ ਕਿਸੇ ਪ੍ਰਕਾਰ ਦਾ ਸਾਨੂੰ ਕੋਈ ਸੁੱਖ ਨਹੀਂ ਦੇ ਸਕਦੇ, ਆਤਮਾ ਨੂੰ ਉਹਨਾਂ ਦਾ ਕੋਈ ਆਨੰਦ ਨਹੀਂ ਮਿਲ ਸਕਦਾ। ਹਾਂ, ਵਾਹਿਗੁਰੂ ਜੀ ਕਹਿੰਦੇ ਨੇ ਕਿ ਸ਼ਿੰਗਾਰ ਤੇ ਕਰਨਾ ਚਾਹੀਦਾ ਹੈ, ਪਰ ਜਿਹਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਅਸੀਂ ਕੋਲ ਹੋ ਜਾਈਏ। ਉਹ ਬੜਾ ਹੀ ਪਿਆਰਾ ਸ਼ਬਦ ਵਾਹਿਗੁਰੂ ਨੇ ਉਚਾਰਨ ਕੀਤਾ, ਕੀ ਕਰਨਾ ਪਵੇਗਾ ਸੰਤਾਂ ਕੀ ਹੋਈ ਦਾਸਰੀ, ਇਹ ਅਚਾਰਾ ਸਿੱਖ ਰਹੀ, ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਪੇਖਰੀ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੀ, ਤਿਆਗ ਸਿਆਣਪ ਚਾਤਰੀ ਤੂੰ ਗਜਾਨ ਗੋਪਾਲ ਸੰਗਰੀ। ਵਾਹਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਮਨ ਨੂੰ ਪਰਮਾਤਮਾ ਦੇ ਰੰਗ ਦੇ ਵਿੱਚ ਰੰਗ, ਰੱਬ ਦੇ ਪਿਆਰਿਆਂ ਦਾ ਸੇਵਕ ਬਣ, ਦਾਸ ਬਣ, ਤਾਂ ਕਿ ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪ੍ਰਾਪਤ ਕਰ ਸਕੇ। ਅਗਲੇ ਪਾਸੇ ਵਾਹਿਗੁਰੂ ਬਚਨ ਕਰਦੇ ਨੇ, ਕਹਿੰਦੇ ਭਰਤਾ ਕਹੇ ਸੁਮਾਨੀਏ, ਇਹ ਸ਼ਿੰਗਾਰ ਬਣਾਏ ਰੀ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਹੁਕਮ ਹੈ, ਉਸ ਰਜਾ ਦੇ ਅੰਦਰ ਚੱਲਣਾ ਸਿੱਖ, ਉਹਦੇ ਵਿੱਚ ਰਾਜੀ ਰਹੇ। ਭਰਤਾ ਕਹੇ ਸੁਮਾਨੀਏ, ਇਹ ਆਤਮਾ ਦਾ ਸ਼ਿੰਗਾਰ ਬਣਾ। ਭਰਤਾ ਕਹੇ ਸੁਮਾਨੀਏ, ਇਹ ਸ਼ਿੰਗਾਰ ਬਣਾਏ ਰੀ। ਦੂਜਾ ਭਾਉ ਵਿਸਾਰੀਏ, ਇਹ ਤੰਬੋਲਾ ਖਾਏ ਰਹੀ। ਰੱਬ ਤੇ ਘਰ ਦੇ ਨਾਲ ਸਾਂਝ ਤਾਂ ਪੈਣੀ ਹੈ, ਕਹਿੰਦੇ ਨੇ ਕਿ ਜੇ ਸੰਸਾਰ ਦੇ ਨਾਲੋਂ ਨਾਤਾ ਟੁੱਟੇਗਾ, ਜੇ ਦੁਨੀਆ ਵਿੱਚੋਂ ਧਿਆਨ ਨਿਕਲੇਗਾ ਤਾਂ ਰੱਬ ਦੇ ਚਰਨਾਂ ਵਿੱਚ ਧਿਆਨ ਜੁੜੇਗਾ। ਪਰ ਜੇ ਸੰਸਾਰ ਵਿੱਚ ਹੀ ਧਿਆਨ ਖਚਤ ਰਿਹਾ ਤੇ ਵਾਹਿਗੁਰੂ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਤੇ ਨਹੀਂ ਜੁੜ ਸਕਦਾ। ਇਸ ਕਰਕੇ ਵਾਹਿਗੁਰੂ ਜੀ ਨੇ ਬਚਨ ਕੀਤੇ, ਦੂਜਾ ਭਾਵ ਵਿਸਾਰੀਏ, ਇਹ ਤੰਬੋਲਾ ਖਾਏ ਰੀ। ਤੰਬੋਲਾ ਭਾਵ ਕਿ ਪਾਨਾਂ ਦੇ ਬੀੜੇ ਜਿਹੜੇ ਸਨ ਚਬਾਉਣ ਵਾਲੇ। ਵਾਹਿਗੁਰੂ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਤੂੰ ਤਨ ਮਨ ਦਾ ਸ਼ਿੰਗਾਰ ਜਿਹੜਾ ਹੈ, ਦੂਜਾ ਭਾਵ ਵਿਸਾਰੀਏ, ਇਹ ਤੰਬੋਲਾ ਖਾਏ ਰੀ। ਗੁਰ ਕਾ ਸ਼ਬਦ ਕਰ ਦੀਪ ਕੋ ਸਤ ਕੀ ਸੇਜ ਵਿਛਾਏ ਰੀ, ਆਠ ਪਹਿਰ ਕਰ ਜੋੜ ਰਹੋ ਤੋ ਭੇਟੇ ਹਰ ਰਾਏ ਰੀ। ਵਾਹਿਗੁਰੂ ਜੀ ਕਹਿੰਦੇ ਅੱਠੇ ਪੈਰ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਸਾਂਝ ਪਾ ਕੇ ਰੱਖ ਤੇ ਉਸ ਪਰਮਾਤਮਾ ਨੂੰ ਧਿਆ, ਤਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਵਾਹਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਕਿ ਜੇ ਰੱਬ ਦੇ ਘਰ ਨਾਲ ਸਾਂਝ ਨਹੀਂ, ਉਹਦੇ ਚਰਨਾਂ ਨਾਲ ਪ੍ਰੀਤ ਨਹੀਂ, ਦੁਨੀਆ ਦੇ ਲਿਬਾਸ ਵੀ ਕਹਿੰਦੇ ਨੇ ਕਿ ਆਤਮਾਵਾਂ ਨੂੰ ਮਾੜੇ ਹੀ ਭਾਸਦੇ ਨੇ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਵਾਹਿਗੁਰੂ ਜੀ ਆਖਦੇ ਨੇ ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਕਿ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜੀਆਂ ਹੋਈਆਂ ਜਿਹੜੀਆਂ ਜੀਵ ਆਤਮਾਵਾਂ ਨੇ, ਉਹਨਾਂ ਦੇ ਵਾਸਤੇ ਤੇ ਇੱਥੋਂ ਤੱਕ ਕਹਿੰਦੇ ਸੰਸਾਰ ਦੇ ਅੰਦਰ ਦੁੱਖ ਬਣਦੇ ਨੇ ਕਿ ਜਿਹੜੇ ਆਪਣੇ ਮਿੱਤਰ ਨੇ, ਸੱਜਣ ਨੇ, ਉਹ ਵੀ ਜਿਹੜੇ ਜਮਾ ਦਾ ਰੂਪ ਜਿਹੜੇ ਨੇ ਦਿਖਾਈ ਦਿੰਦੇ ਨੇ, ਉਹ ਵੀ ਦੁੱਖ ਦੇਣ ਵਾਲੇ ਦਿਖਾਈ ਦਿੰਦੇ ਨੇ। ਉਹਨਾਂ ਦੇ ਵਿੱਚੋਂ ਵੀ ਕੋਈ ਸੁੱਖ ਕਿਸੇ ਪ੍ਰਕਾਰ ਦਾ ਕੋਈ ਮਿਲਣ ਦੀ ਆਸ ਨਹੀਂ।
ਮਨੁੱਖ ਕਲਪਿਆ ਹੁੰਦਾ ਹੈ ਕਿ ਇਹਦਾ ਕਰਕੇ ਸੁੱਖ ਨਹੀਂ ਮਿਲ ਰਿਹਾ, ਮੈਨੂੰ ਭੈਣ ਭਰਾਵਾਂ ਦਾ ਵੀ ਕੋਈ ਸੁੱਖ ਨਹੀਂ, ਮੈਨੂੰ ਆਪਣਿਆਂ ਦਾ ਵੀ ਕੋਈ ਸੁੱਖ ਨਹੀਂ, ਇਹ ਮੇਰੇ ਸਾਰੇ ਹੀ ਦੁਸ਼ਮਣ ਨੇ, ਇਹ ਸਾਰੇ ਬੇਗਾਨੇ ਨੇ। ਸੱਚ ਇਹ ਹੈ, ਜਦੋਂ ਰੱਬ ਦੇ ਘਰ ਨਾਲੋਂ ਨਾਤਾ ਟੁੱਟ ਜਾਵੇ, ਪਰਮਾਤਮਾ ਦੇ ਨਾਲ ਸਾਂਝ ਨਾ ਰਹਿ ਜਾਵੇ, ਇਹ ਸਮੁੱਚਾ ਹੀ ਸੰਸਾਰ ਜਿਹੜਾ ਹੈ, ਵਾਹਿਗੁਰੂ ਜੀ ਕਹਿੰਦੇ ਨੇ ਕਿ ਇਸੇ ਤਰ੍ਹਾਂ ਲੱਗਦਾ ਹੈ ਕਿ ਆਪਣੇ ਵੀ ਬੇਗਾਨੇ ਨਜ਼ਰ ਆਉਂਦੇ ਨੇ, ਕਿਸੇ ਦੇ ਕੋਲੋਂ ਵੀ ਸੁੱਖ ਦਿਖਾਈ ਨਹੀਂ ਦਿੰਦਾ। ਪਰ ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਸਾਂਝ ਮਿਲ ਜਾਵੇ, ਵਾਹਿਗੁਰੂ ਦੀ ਇੱਕ ਪੰਕਤੀ ਦੇ ਅੰਦਰ ਇਹ ਦੋ ਤਰ੍ਹਾਂ ਦੀ ਵਿਚਾਰਧਾਰਾ ਆਈ। ਵਾਹਿਗੁਰੂ ਜੀ ਆਖਦੇ ਨੇ ਕਿ ਇਹ ਵਾਹਿਗੁਰੂ ਪਰਮਾਤਮਾ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਜੇ ਕਿਤੇ ਤੂੰ ਸਾਨੂੰ ਭੁੱਲ ਜਾਵੇਂ ਤੇ ਸਮੁੱਚਾ ਸੰਸਾਰ ਹੀ ਦੁਸ਼ਮਣ ਨਿਆਈ ਹੈ। ਅਚੀਤ ਆਵੇ ਤਾਂ ਸੇਵਾ, ਪਰ ਜੇ ਕਿਤੇ ਵਾਹਿਗੁਰੂ ਪਰਮਾਤਮਾ ਜੀ ਤੂੰ ਮੈਨੂੰ ਚੇਤੇ ਆਵੇਂ, ਤੇ ਸੱਚ ਇਹ ਹੈ ਕਿ ਸਮੁੱਚਾ ਸੰਸਾਰ ਸੁੱਖ ਦੇਣ ਵਾਲਾ ਸੇਵਾ ਦੇ ਵਿੱਚ ਕਹਿੰਦੇ ਜੁੜਿਆ ਹੋਇਆ ਦਿਖਾਈ ਦਿੰਦਾ। ਵਾਹਿਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਕਰਦੇ ਇਹ ਪਾਵਨ ਅੰਮ੍ਰਿਤਮਈ ਬੋਲ ਜਿਹੜੇ ਨੇ, ਗੁਰਮੁਖੋ ਜੀਵਨ ਦੇ ਅੰਦਰ ਧਾਰਨ ਕਰਨ ਵਾਲੇ ਨੇ। ਦੁਖੀ ਕਦੋਂ ਹਾਂ, ਪਰੇਸ਼ਾਨ ਕਦੋਂ ਹਾਂ, ਆਪਣੇ ਬੇਗਾਨੇ ਜਾਂ ਪਰਾਏ ਜਾਂ ਉਹ ਦੁੱਖ ਦੇਣ ਵਾਲੇ ਕਦੋਂ ਲੱਗਦੇ ਨੇ, ਜਦੋਂ ਰੱਬ ਪਰਮਾਤਮਾ ਵਾਹਿਗੁਰੂ ਵਿਸਰ ਜਾਂਦਾ ਏ। ਪਰ ਜਦੋਂ ਪਰਮਾਤਮਾ ਵਾਹਿਗੁਰੂ ਯਾਦ ਆਵੇ, ਜਿਹੜਾ ਰੱਬ ਨੂੰ ਪਿਆਰਾ ਲੱਗਦਾ ਏ, ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਵਾਲੀ ਅਵਸਥਾ ਉਹਦੇ ਜੀਵਨ ਦੇ ਅੰਦਰ ਪ੍ਰਾਪਤ ਹੁੰਦੀ ਹੈ। ਅਗਲੇ ਪਾਸੇ ਵਾਹਿਗੁਰੂ ਜੀ ਬਾਣੀ ਦੇ ਅੰਦਰ ਪੰਕਤੀਆਂ ਬਖਸ਼ਿਸ਼ ਕਰਦੇ ਨੇ, ਨਾਨਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ, ਕਿ ਮੇਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਆਪ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ, ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ, ਕਿਉਂਕਿ ਨਾਮ ਦੇ ਨਾਲ ਹੀ ਆਪ ਦੇ ਚਰਨਾਂ ਨਾਲ ਸਾਂਝ ਪੈ ਸਕਦੀ ਹੈ, ਨਾਮ ਦੁਆਰਾ ਹੀ ਆਪ ਜੀ ਨੂੰ ਮਿਲਿਆ ਜਾ ਸਕਦਾ ਹੈ। ਵਾਹਿਗੁਰੂ ਪਰਮਾਤਮਾ ਜੀ ਫਿਰ ਆਪ ਦੇ ਦਰ ਦੇ ਉੱਤੇ ਇੱਕ ਅਰਦਾਸ ਹੈ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ, ਕਿ ਵਾਹਿਗੁਰੂ ਪਰਮਾਤਮਾ ਸਾਨੂੰ ਕਿਰਪਾ ਕਰਕੇ ਆਪਣੇ ਘਰ ਦੇ ਵਿੱਚ ਟਿਕਾਣਾ ਦਿਓ, ਆਪਣੇ ਦਰ ਦੇ ਨਾਲ ਮਿਲਾਪ ਬਖਸ਼ਿਸ਼ ਕਰੋ, ਕਿਉਂਕਿ ਆਪ ਦਾ ਘਰ ਜਿਹੜਾ ਸਦਾ ਰਹਿਣ ਵਾਲਾ ਏ, ਇਹ ਸੰਸਾਰ ਜਿੱਥੇ ਮੈਂ ਵਸ ਰਿਹਾ ਹਾਂ, ਇਹ ਟਿਕਾਣਾ ਸਦਾ ਰਹਿਣ ਵਾਲਾ ਨਹੀਂ। ਭਾਵੇਂ ਮੈਂ ਕਈ ਤਰ੍ਹਾਂ ਦੇ ਟਿਕਾਣੇ ਇਸ ਸੰਸਾਰ ਦੇ ਉੱਤੇ ਬਣਾਉਂਦਾ ਹਾਂ, ਯਤਨ ਕਰਦਾ ਹਾਂ ਵਾਹਿਗੁਰੂ ਪਰਮੇਸ਼ਰ ਜੀ, ਪਰ ਸੱਚ ਇਹ ਗੱਲ ਹੈ, ਇੱਥੇ ਹਮੇਸ਼ਾ ਹੀ ਮਨ ਦੇ ਅੰਦਰ ਇੱਕ ਇੱਥੋਂ ਚਲੇ ਜਾਣ ਦਾ ਧੁਣਕੂ ਵੀ ਲੱਗਿਆ ਰਹਿੰਦਾ ਹੈ ਕਿ ਇਸ ਸੰਸਾਰ ਦੇ ਉੱਤੇ ਮੈਂ ਸਦਾ ਨਹੀਂ ਰਹਿ ਸਕਦਾ। ਕਈ ਆਉਂਦੇ ਨੇ, ਕਈ ਮਿੱਤਰ ਪਿਆਰੇ ਚਲੇ ਜਾਂਦੇ ਨੇ, ਔਰ ਮੈਨੂੰ ਦਿਖਾਈ ਦੇ ਰਿਹਾ ਹੈ ਕਿ ਇਸ ਸੰਸਾਰ ਦੇ ਉੱਤੇ ਸਦਾ ਨਹੀਂ ਰਿਹਾ ਜਾ ਸਕਦਾ। ਇੱਕ ਤੇਰਾ ਘਰ ਹੈ ਕਿ ਉਹਦੇ ਬਾਰੇ ਗੁਰੂ ਪਾਤਸ਼ਾਹ ਮਹਾਰਾਜ ਬਾਣੀ ਦੇ ਅੰਦਰ ਇਹ ਬਚਨ ਕਰਦੇ ਨੇ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਵੀ ਤੇਰੇ ਘਰ ਦੇ ਵਿੱਚ ਵਾਹਿਗੁਰੂ ਪਰਮਾਤਮਾ ਨਾ ਮੌਤ ਹੈ, ਨਾ ਹੀ ਵਾਹਿਗੁਰੂ ਪਰਮਾਤਮਾ ਜੀ ਉਹ ਕਹਿੰਦੇ ਕਿ ਕੋਈ ਬਜ਼ੁਰਗੀ ਹੈ, ਨਾ ਹੀ ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਜਨਮ ਹੈ। ਉੱਥੇ ਹਮੇਸ਼ਾ ਅਵਸਥਾ ਇੱਕੋ ਜਿਹੀ ਰਹਿੰਦੀ ਹੈ। ਮੈਂ ਉਸ ਘਰ ਦੇ ਵਿੱਚ ਟਿਕਾਣਾ ਪ੍ਰਾਪਤ ਕਰਨਾ ਚਾਹੁੰਦਾ ਹਾਂ ਜਿੱਥੇ ਘਰ ਦੇ ਵਿੱਚ ਇੱਕੋ ਜਿਹੀ ਅਵਸਥਾ ਰਹਿੰਦੀ ਹੈ, ਆਤਮਾ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਜਾਂ ਕਲੇਸ਼ ਨਹੀਂ ਰਹਿੰਦਾ, ਹਮੇਸ਼ਾ ਹੀ ਸੁੱਖ ਦੀ ਅਵਸਥਾ ਹੈ। ਕਿਰਪਾ ਕਰਕੇ ਵਾਹਿਗੁਰੂ ਪਰਮਾਤਮਾ ਜੀਓ ਆਪਣੇ ਸਦਾ ਰਹਿਣ ਵਾਲੇ ਘਰ ਦੇ ਵਿੱਚ ਮੈਨੂੰ ਟਿਕਾਣਾ ਬਖਸ਼ਿਸ਼ ਕਰੋ। ਸਤਿਗੁਰੂ ਪਿਆਰ ਵਾਲਿਓ, ਸੋ ਇਹ ਜਿਹੜਾ ਸ਼ਬਦ ਹੈ, ਇਹ ਪਵਿੱਤਰ 12ਵਾਂ ਮਾਝ ਦੀ ਜੋ ਬਾਣੀ ਹੈ, ਉਹਦੇ ਮੁੱਖ ਸ਼ਬਦ ਇਹਦੇ ਵਿੱਚ ਅੰਦਰ ਆਇਆ ਹੈ ਕਿ ਜੀਵਨ ਦਾ ਮਕਸਦ ਕੀ ਹੈ, ਰੱਬ ਦੇ ਘਰ ਵਿੱਚ ਕਿਵੇਂ ਬੇਨਤੀਆਂ ਕਰਕੇ ਅਸੀਂ ਉਸ ਮਾਲਕ ਦੇ ਚਰਨਾਂ ਦੇ ਵਿੱਚ ਥਾਂ ਪ੍ਰਾਪਤ ਕਰਨੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਿਰਪਾ ਕਰਨ ਕਿ ਇਹ ਗੁਰੂ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦੇ ਬਚਨ ਜੋ ਸਾਡੇ ਜੀਵਨ ਦਾ ਹਿੱਸਾ ਬਣ, ਅਸੀਂ ਮਾਲਕ ਦੇ ਘਰ ਦੇ ਵਿੱਚ ਬੇਨਤੀਆਂ ਕਰਦਿਆਂ ਹੋਇਆਂ ਇਸ ਜਨਮ ਦੇ ਅੰਦਰ ਹੀ ਉਸ ਮਾਲਕ ਦੇ ਦਰ ਦੇ ਉੱਤੇ ਆਪਣੀ ਥਾਂ ਪ੍ਰਾਪਤ ਕਰ ਸਕੀਏ, ਜਿਸ ਮਾਲਕ ਦੇ ਘਰ ਤੋਂ ਕਈ ਜਨਮਾਂ ਤੋਂ ਵਿਛੜੇ ਹੋਏ ਚੱਲੇ ਆ ਰਹੇ ਹਾਂ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਕਿਰਪਾ ਮੇਰੇ ਨਦਰ ਹੋ ਆਵੇ। ਫਤਿਹ ਪ੍ਰਵਾਨ ਕਰਨੀ ਜੀ ਉਦਾਸ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦਾ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।